ਵਾਹਿਗੁਰੂ। ਹੋਰਿਓ ਗੰਗ ਵਹਾਈਐ, ਹੋਰਿਓ ਗੰਗ ਵਹਾਈਐ, ਦੁਨਿਆਈ ਆਖੈ ਕਿ ਕਿਉਨ। ਨਾਨਕ ਈਸਰ ਜਗਨਨਾਥ, ਉਚ ਹੱਦੀ ਵੈਨ ਵੇਰ ਕਿਉਨ। ਮਾਧਾਣਾ ਪਰਬਤ ਕਾਰ, ਨੇਤਰ ਬਾਸਕ ਸ਼ਬਦ ਰਿੜਕਿਓਨ। 14 ਰਤਨ ਨਿਕਾਲਿਅਨ, ਕਰ ਆਵਾ ਗਾਉਨ ਚਿਲਕਿਓਨ। ਕੁਦਰਤ ਵਹੇ ਵੇਖਾਲੀਅਨ, ਜਿਣ ਐ ਵੱਡ ਪਿੰਡ ਠਿਣਕਿਓਨ। ਲੈਣੇ ਧਰਿਓ ਛਤਰ ਸਿਰ, ਅਸਮਾਨ ਕਿਆੜਾ ਛਿਕਿਓਨ। ਜੋਤ ਸਮਾਣੀ ਜੋਤ ਮਾਹੇ, ਆਪ ਆਪੈ ਸੇਤੀ ਮਿਕਿਓਨ। ਜਾਂ ਸੁਧੋ ਸੋ ਤਾਂ ਲੈਣਾ ਟਿਕਿਓਨ। ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾਧੀ ਤਰਿਆ ਰੇ। ਗੁਰੂ ਨਾਨਕ ਜਿਨ ਸੁਣਿਆ ਭਿਖਿਆ, ਸੇ ਫਿਰ ਗਰਭਾਸ ਨਾ ਭਰਿਆ ਰੇ। ਗੁਰੂ ਨਾਨਕ ਜਿਨ ਸੁਣਿਆ ਭਿਖਿਆ, ਸੇ ਫਿਰ ਗਰਭਾਸ ਨ ਭਰਿਆ ਰੇ। ਜਪ ਮਨ ਮੇਰੇ ਗੋਵਿੰਦ ਕੀ ਬਾਣੀ, ਸਾਧੂ ਜਨ ਰਾਮ ਰਸਨ ਵਖਾਣੀ। ਜਪ ਮਨ ਮੇਰੇ ਗੋਵਿੰਦ ਕੀ ਬਾਣੀ, ਗੋਵਿੰਦ ਕੀ ਬਾਣੀ, ਗੋਵਿੰਦ ਕੀ ਬਾਣੀ, ਗੋਵਿੰਦ ਕੀ ਬਾਣੀ। ਜਪ ਮਨ ਮੇਰੇ ਗੋਵਿੰਦ ਕੀ ਬਾਣੀ, ਜਪ ਮਨ ਮੇਰੇ ਗੋਵਿੰਦ ਕੀ ਬਾਣੀ। ਜਪ ਮਨ ਸਾਧੂ ਜਨ ਰਾਮ ਰਸਨ ਵਖਾਣੀ, ਸਾਧੂ ਜਨ ਰਾਮ ਰਸਨ ਵਖਾਣੀ। ਸਾਧੂ ਜਨ, ਸਾਧੂ ਜਨ ਰਾਮ ਰਸਨ। ਜਪ ਮਨ ਮੇਰੇ ਗੋਵਿੰਦ ਕੀ ਬਾਣੀ, ਜਪ ਮਨ ਮੇਰੇ ਗੋਵਿੰਦ ਕੀ ਬਾਣੀ। ਮਨ ਮੇਰੇ ਗੋਵਿੰਦ ਕੀ, ਜਪ ਮਨ ਮੇਰੇ, ਜਪ ਮਨ ਮੇਰੇ ਗੋਵਿੰਦ ਕੀ ਬਾਣੀ। ਜਪ ਮਨ ਮੇਰੇ ਗੋਵਿੰਦ ਕੀ ਬਾਣੀ। ਮਨ ਮੇਰੇ ਗੋਵਿੰਦ ਕੀ, ਜਪ ਮਨ ਮੇਰੇ, ਜਪ ਮਨ ਮੇਰੇ ਗੋਵਿੰਦ ਕੀ ਬਾਣੀ। ਸਾਧੂ ਜਨ ਰਾਮ ਰਸਨ ਵਖਾਣੀ। ਸਤਿਗੁਰੂ ਮਹਾਰਾਜ ਦਾ ਰਹਾਉ ਦੀਆਂ ਇਹਨਾਂ ਪੰਕਤੀਆਂ ਵਾਲਾ ਸ਼ਬਦ ਪੰਜਵੇਂ ਪਾਤਸ਼ਾਹ ਹਜ਼ੂਰ ਦਾ ਉਚਾਰਨ ਕੀਤਾ ਹੋਇਆ, ਜੋ ਗੌੜੀ ਰਾਗ ਦੇ ਵਿੱਚ ਹੈ। ਪੰਜਵੇਂ ਪਾਤਸ਼ਾਹ ਮਹਾਰਾਜ ਦਾ ਉਚਾਰਨ ਕੀਤਾ ਹੋਇਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ
पन्ना 192 ते सुभाईमान है। साडे मानयोग भाई साहब जी दे पासों ਗਿਆਨੀ ਰਣਜੀਤ ਸਿੰਘ ਸਾਹਿਬ ਹੋਰਾਂ ਦੇ ਪਾਸੋਂ ਪਿਆਰ ਨਾਲ ਆਪਾਂ ਨੇ ਸਰਵਣ ਕੀਤਾ। ਉਹਨਾਂ ਤੋਂ ਪਹਿਲਾਂ ਸੰਪੂਰਨ ਆਸਾ ਕੀ ਵਾਰ ਦਾ ਕੀਰਤਨ ਹੋਰ ਸ਼ਬਦਾਂ ਦੇ ਸਹਿਤ ਸਰਵਣ ਕੀਤਾ ਰਾਗੀ ਸਿੰਘਾਂ ਦੇ ਪਾਸੋਂ, ਜਿਨ੍ਹਾਂ ਨੇ ਅਖੀਰ ਵਿੱਚ ਸਾਨੂੰ ਸ਼ਬਦ ਸੁਣਾਇਆ। कोट ब्रह्मंड को ठाकुर स्वामी सर्व जियां का दाता रे, परतपाल लै नित सार संभालै, एक गुण नहीं मूर्ख जाता रे। और अंत विच सी मैं मूर्ख की केतक बात है, कोट पराधी तरिया रे, गुर नानक जिन सुनिया पेखिया, से फिर गर्भास ना परिया रे। असी नित ही महाराज गुरु नानक साहब सच्चे पातशाह जी ਦੇ ਗੁਣ ਗਾਉਂਦੇ ਆ, ਭਾਵੇਂ ਉਹ ਦੂਜੇ ਸਰੂਪ ਵਿੱਚ ਨੇ ਤੇ ਭਾਵੇਂ ਬਾਕੀ ਸਰੂਪਾਂ ਦੇ ਵਿੱਚ ਨੇ। ਇਹ ਦਰਬਾਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਦਰਬਾਰ ਹੈ। ਲੇਕਿਨ ਅੱਜ ਵਿਸ਼ੇਸ਼ ਤੌਰ ਤੇ ਜ਼ਿਕਰ ਕਰਨਾ ਇਸ ਲਈ ਬਣਦਾ ਹੈ ਕਿ ਅੱਜ ਸਾਡੇ ਪਿਤਾ ਜੀ, ਸਾਡੇ ਧਰਮ ਦੇ ਆਗੂ, ਸਾਡੇ ਧਰਮ ਦੇ ਬਾਨੀ ਸਤਿਗੁਰੂ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦਾ 484ਵਾਂ ਜੋਤੀ ਜੋਤ ਸਮਾਉਣ ਦਾ ਦਿਹਾੜਾ ਹੈ। 484ਵਾਂ ਜੋਤੀ ਜੋਤ ਸਮਾਉਣ ਦਾ ਦਿਹਾੜਾ ਹੈ। 1539 ਦੇ ਵਿੱਚ ਨਾ ਅੱਜ ਦੇ ਦਿਨ ਕਰਤਾਰਪੁਰ, ਜੋ ਇਸ ਵੇਲੇ ਪਾਕਿਸਤਾਨ ਦੇ ਵਿੱਚ ਹੈ, ਉਸ ਸਥਾਨ ਤੇ ਸਤਿਗੁਰੂ ਮਹਾਰਾਜ ਆਪਣੀ ਥਾਂ ਤੇ ਬਾਬਾ ਲਹਿਣਾ ਜੀ ਹੋਰਾਂ ਨੂੰ ਗੁਰੂ ਅੰਗਤ ਬਣਾ ਕੇ ਬਿਠਾ ਕੇ ਪਰਿਕਰਮਾ ਕਰਕੇ ਔਰ ਸ਼ਬਦ ਦਾ ਖਜ਼ਾਨਾ ਉਹਨਾਂ ਦੇ ਹਵਾਲੇ ਕਰਕੇ ਇਸ ਸੰਸਾਰ ਤੋਂ ਰੁਖਸਤ ਹੋਏ ਸਨ। ਸਿੱਖ ਸੰਗਤਾਂ ਦੇ ਵਿੱਚ ਬੜੇ ਪਿਆਰ ਦੇ ਨਾਲ, ਸਤਿਕਾਰ ਦੇ ਨਾਲ ਇਸ ਦਿਹਾੜੇ ਨੂੰ ਵਿਚਾਰਿਆ ਜਾਂਦਾ ਹੈ। ਸਮੇਂ ਨੂੰ ਮੁੱਖ ਰੱਖਦਿਆਂ ਹੋਇਆਂ ਜਿਵੇਂ ਜਿਵੇਂ ਸਤਿਗੁਰੂ ਮਹਾਰਾਜ ਕਿਰਪਾ ਕਰਦੇ ਨੇ, ਆਪਾਂ ਵਿਚਾਰਨ ਦਾ ਯਤਨ ਕਰਦੇ ਹਾਂ। ਇਹ ਜੋ ਪਾਵਨ ਸ਼ਬਦ ਹੈ ਨਾ, ਜੋ ਪੰਜਵੇਂ ਪਾਤਸ਼ਾਹ ਹਜ਼ੂਰ ਨੇ ਫਰਮਾਨ ਕੀਤਾ, ਰਹਾਉ ਦੀਆਂ ਪੰਕਤੀਆਂ ਨੇ, ਜਪ ਮਨ ਮੇਰੇ ਗੋਵਿੰਦ ਕੀ ਬਾਣੀ, ਸਾਧੂ ਜਨ ਰਾਮ ਰਸਨ ਵਖਾਣੀ। ਜਪ ਮਨ ਮੇਰੇ, ਐ ਮੇਰੇ ਮਨ ਜਪ। ਕੀ ਜਪ? ਗੋਵਿੰਦ ਕੀ ਬਾਣੀ। ਗੋਬਿੰਦ ਕਰਤਾਰ ਦੇ ਅਨੇਕਾਂ ਬੇਅੰਤ ਨਾਵਾਂ ਦੇ ਵਿੱਚੋਂ ਇੱਕ ਨਾਮ ਹੈ। ਜਿਵੇਂ ਕੱਲ੍ਹ ਅਸੀਂ ਭਗਵੰਤ ਨਾਮ ਦੀ ਵਿਚਾਰ ਕੀਤੀ ਨਾ, ਕੱਲ੍ਹ ਦੇ ਸ਼ਬਦ ਦੀ ਰਹਾਉ ਦੀ ਪੰਕਤੀ ਵਿੱਚ ਭਗਵੰਤ ਵਰਤਿਆ ਗਿਆ ਸੀ। ਅੱਜ ਸਤਿਗੁਰਾਂ ਨੇ ਗੋਬਿੰਦ ਆਖਿਆ। ਗੋਬਿੰਦ ਸ਼ਬਦ ਦਾ ਅੱਖਰੀ ਅਰਥ ਜਿਹੜਾ ਇੱਕ ਹੈ, ਉਹ ਹੈ ਸਭਨਾਂ ਦੀ ਜਾਣਨ ਵਾਲਾ, ਜਿਸ ਨੂੰ ਅਸੀਂ ਅੰਤਰਜਾਮੀ ਕਹਿ ਦਿੰਦੇ ਹਾਂ। ਹਜ਼ੂਰ ਨੇ ਆਖਿਆ ਗੋਬਿੰਦ ਤੋਂ ਭਾਵ ਹੈ ਕਰਤਾਰ। ਕਰਤਾਰ ਦੀ ਬਾਣੀ ਜਪ, ਕਰਤਾਰ ਦੀ ਬਾਣੀ ਚੇਤੇ ਕਰ। ਕਰਤਾਰ ਦੀ ਬਾਣੀ ਨੂੰ ਆਪਣੀ ਸਿਮਰਤੀ ਦਾ, ਆਪਣੀ ਯਾਦ ਦਾ, ਆਪਣੀ ਵਿਚਾਰ ਦਾ ਹਿੱਸਾ ਬਣਾ। ਔਰ ਗੋਬਿੰਦ ਕੀ ਬਾਣੀ ਜਿਹੜੀ ਹੈ, ਉਹ ਗੋਬਿੰਦ ਦੀ ਬਾਣੀ ਕਿਹੜੀ, ਇਸ ਗੱਲ ਨੂੰ ਸੰਖੇਪ ਕੀਤਾ ਗੁਰੂ ਪਾਤਸ਼ਾਹ ਨੇ। ਜਿਹੜੀ ਸਾਧੂ ਜਨ, ਜਿਹੜੇ ਸਾਧੂ ਜਨਾਂ ਨੇ ਰਾਮ ਰਸਨ ਵਖਾਣੀ। ਹੁਣ ਇੱਥੇ ਸ਼ਬਦ ਵਰਤਿਆ ਰਾਮ, ਰਾਮ ਤੋਂ ਭਾਵ ਵੀ ਗੋਬਿੰਦ ਹੈ।
ਗੋਬਿੰਦ ਕੀ ਬਾਣੀ ਜਿਹੜੀ ਹੈ ਸਾਧੂ ਜਨਾਂ ਨੇ ਆਪਣੀ ਰਸਨਾ ਦੇ ਨਾਲ ਜੋ ਉਚਾਰਨ ਕੀਤੀ ਹੈ, ਮੈਨੂੰ ਖਿਮਾ ਕਰਿਓ ਜੇ, ਗੁਰਬਾਣੀ ਦੇ ਭਾਵ ਬਹੁਤ ਡੂੰਘੇ ਹੁੰਦੇ ਨੇ, ਔਰ ਕਦੀ ਐਸਾ ਨਾ ਮਨ ਵਿੱਚ ਲਿਆਉਣਾ, ਨਾ ਕਰਨ ਵਾਲਿਆਂ ਨੇ ਤੇ ਨਾ ਸੁਣਨ ਵਾਲਿਆਂ ਨੇ, ਕਿ ਜੋ ਅਰਥ ਮੈਂ ਕਰ ਲਏ ਨੇ ਜਾਂ ਜੋ ਮੈਂ ਸਮਝ ਲਏ ਨੇ ਇਹੀ ਅੰਤਮ ਅਰਥ ਨੇ। ਐਸਾ ਨਹੀਂ ਹੈ। ਮੈਂ ਤਾਂ ਨਿਮਰਤਾ ਨਾਲ ਹੱਥ ਜੋੜ ਕੇ ਇਉਂ ਹੀ ਸਿਰਫ ਕਹਿ ਸਕਦਾ, ਇਸ ਦੇ ਅਸਲ ਵਿੱਚ ਅਰਥ ਤਾਂ ਗੁਰੂ ਪਾਤਸ਼ਾਹ ਆਪ ਜਾਣਦੇ ਨੇ, ਗੁਰੂ ਪੰਥ ਜਾਣਦਾ ਹੈ। ਜੋ ਕੁਝ ਸਮਝ ਵਿੱਚ ਆਇਆ ਹੈ, ਜਿਤਨੀ ਕੁ ਸਤਿਗੁਰਾਂ ਨੇ ਸਮਝ ਬਖਸ਼ੀ ਹੈ, ਬੁੱਧੀ ਬਖਸ਼ੀ ਹੈ, ਆਪਾਂ ਉਸ ਬੁੱਧੀ ਦੀ ਸੀਮਾ ਵਿੱਚ ਬੈਠ ਕੇ ਹੀ ਵਿਚਾਰ ਸਕਦੇ ਹਾਂ, ਹੋਰ ਕੁਛ ਨਹੀਂ ਕੀਤਾ ਜਾ ਸਕਦਾ ਹੁੰਦਾ। ਮੈਂ ਐਸਾ ਪ੍ਰਤੀਤ ਕਰਦਾ ਕਿ ਸਤਿਗੁਰੂ ਮਹਾਰਾਜ ਗੁਰੂ ਨਾਨਕ ਸਾਹਿਬ, ਉਹਨਾਂ ਦਾ ਜੋ ਸਾਰਾ ਯਤਨ ਹੈ ਨਾ, ਉਹ ਇੱਕ ਕਰਤਾਰ ਦੇ ਨਾਲ ਜੋੜਨ ਦਾ ਯਤਨ ਹੈ। ਜਿਵੇਂ ਅਸੀਂ ਕੁਝ ਪੱਖਾਂ ਤੇ ਨਾ ਕੱਲ ਵਿਚਾਰ ਕੀਤੀ ਸੀ, ਨਾ ਤੱਤਾਂ ਦੀ ਗੱਲ ਹੈ, ਕੋਈ ਮਾਨਤਾ ਹੈ, ਨਾ ਕੋਈ ਦੇਵੀ ਦੇਵਤਿਆਂ ਦੀ ਕੋਈ ਮਾਨਤਾ ਹੈ, ਨਾ ਕਿਸੇ ਹੋਰ ਦੀ ਕੋਈ ਮਾਨਤਾ ਹੈ। ਸਤਿਗੁਰੂ ਮਹਾਰਾਜ ਕਹਿੰਦੇ ਨੇ ਕਰਤਾਰ ਕੇਵਲ ਇੱਕ ਹੈ, ਕਰਤਾ ਇੱਕ ਹੈ, ਜਿਸ ਨੂੰ ਸਾਰੀ ਬਾਣੀ ਦੇ ਆਦਿ ਵਿੱਚ ਆਰੰਭ ਵਿੱਚ ਇੱਕ ਓੰਕਾਰ ਕਿਹਾ ਗਿਆ। ਕਰਤਾਰ ਇੱਕ, ਜੋ ਇੱਕ ਰਸ ਸਰਬ ਵਿਆਪਕ ਹੈ, ਖੰਡਾਂ ਬ੍ਰਹਮੰਡਾਂ ਵਿੱਚ ਰਹਿੰਦੀ ਵਸਦੀ ਟਿਕੀ ਹੋਈ ਰਚਨਾ ਵਿੱਚ, ਸਭਨਾਂ ਵਿੱਚ ਕਰਤਾਰ ਇੱਕ ਹੈ। ਔਰ ਉਸ ਦੇ ਬਾਬਤ ਹੀ ਸਤਿਗੁਰੂ ਮਹਾਰਾਜ ਸਾਨੂੰ ਇੰਟਰੋਡਿਊਸ ਕਰਵਾਉਂਦੇ ਨੇ, ਜਾਣ ਪਛਾਣ ਕਰਵਾਉਂਦੇ ਨੇ। ਦੇਖੋ, ਸਾਵਧਾਨ ਹੋ ਕੇ ਦੇਖੋ, ਉਸ ਤੋਂ ਬਿਨਾਂ ਹੋਰ ਕੋਈ ਨਹੀਂ ਹੈ। ਸਾਹਿਬ ਮੇਰਾ ਇੱਕੋ ਹੈ ਭਾਈ, ਇੱਕੋ ਹੈ। ਅੱਜ ਵੀ ਆਖਿਆ, ਜਪ ਮਨ ਮੇਰੇ ਗੋਬਿੰਦ ਕੀ ਬਾਣੀ। ਇੱਥੇ ਗੋਬਿੰਦ ਸ਼ਬਦ ਦਾ ਅਰਥ ਮੈਂ ਫਿਰ ਦੁਹਰਾ ਦਿਆਂ, ਭਾਵ ਹੈ ਕਰਤਾਰ, ਜਿਸ ਨੂੰ ਅਸੀਂ ਬਾਕੀ ਹੋਰ ਨਾਵਾਂ ਨਾਲ ਵੀ ਯਾਦ ਕਰ ਲੈਂਦੇ ਹਾਂ। ਅਕਾਲ ਪੁਰਖ ਵੀ ਕਹਿ ਲੈਂਦੇ ਹਾਂ, ਵਾਹਿਗੁਰੂ ਵੀ ਕਹਿ ਲੈਂਦੇ ਹਾਂ, ਹੋਰ ਕਿਤਨੇ ਸਾਰੇ ਜੋ ਕਿਰਤਮ ਨਾਮ ਜਿਨ੍ਹਾਂ ਨੂੰ ਆਖਿਆ ਗਿਆ ਹੈ ਉਹ ਵੀ ਅਸੀਂ ਵਰਤ ਲੈਂਦੇ ਹਾਂ। ਪਰ ਸਿੱਖੀ ਮੰਡਲ ਦੇ ਵਿੱਚ ਜੋ ਪ੍ਰਸਿੱਧ ਪ੍ਰਚਲਿਤ ਨਾਮ ਨੇ, ਅਸੀਂ ਅਕਸਰ ਉਹ ਵਰਤਦੇ ਹਾਂ, ਤਾਂ ਕਿ ਜਿਹੜੀ ਸਿੱਖ ਧਰਮ ਦੇ ਨਿਰਾਲੇਪਣ ਵਾਲੀ ਜਿਹੜੀ ਬਾਤ ਹੈ ਨਾ, ਉਹ ਵੀ ਸਾਡੀ ਵਿਚਾਰ ਦੇ ਵਿੱਚ ਲਗਾਤਾਰ ਉਹ ਟਿਕੀ ਰਵੇ ਤੇ ਪ੍ਰਗਟ ਹੁੰਦੀ ਰਵੇ। ਗੋਬਿੰਦ ਦੀ ਬਾਣੀ ਕੀ ਹੈ? ਸਾਧੂ ਜਨ ਰਸਨ ਬਖਾਣੀ, ਰਾਮ ਗੋਬਿੰਦ ਦੀ ਬਾਣੀ, ਜਿਹੜੀ ਸਾਧੂ ਜਨਾਂ ਨੇ ਆਪਣੀ ਰਸਨਾ ਦੇ ਨਾਲ ਆਖੀ। ਕਿਹੜੇ ਸਾਧੂ ਜਨਾਂ ਨੇ ਆਖੀ? ਅਗਲਾ ਸਵਾਲ ਪੈਦਾ ਹੋਏਗਾ। ਆਖੀ ਜਿਹੜੀ ਆਖਦੇ ਹਨ, ਇਹ ਸਾਧੂ ਜਨ ਉਹ ਨੇ ਜਿਨ੍ਹਾਂ ਦਾ ਜੀਵਨ ਤਾਨ ਮਨ ਆਦਿ ਮੁਕੰਮਲ ਤੌਰ ਤੇ ਸਾਧਿਆ ਹੋਇਆ ਹੈ, ਜਿਹੜੇ ਕੇਵਲ ਉਸ ਕਰਤਾਰ ਦੇ ਨਾਲ, ਗੋਬਿੰਦ ਦੇ ਨਾਲ ਲਗਾਤਾਰ ਅਭੇਦ ਹੋਏ ਨੇ। ਉਹਨਾਂ ਨੂੰ ਮਹਾਂਪੁਰਖ ਵੀ ਆਖਿਆ ਗਿਆ। ਮਾਣਯੋਗ ਗਿਆਨੀ ਜੀ ਹੋਰਾਂ ਦੀ ਨਾ ਇੱਕ ਗੱਲ ਦੀ ਮੈਂ ਤਾਰੀਫ ਹਮੇਸ਼ਾ ਹੀ ਕਰਦਾ। ਰੋਜ਼ਾਨਾ ਤਕਰੀਬਨ ਇਸ ਵੇਲੇ ਇਹ ਇੱਥੇ ਹਾਜ਼ਰੀ ਵਿੱਚ ਸ਼ਾਮਲ ਹੁੰਦੇ ਨੇ ਤੇ ਪਹਿਲਾਂ ਨਾ ਇਹ ਪਾਵਨ ਸ਼ਬਦ ਦਾ ਪਾਠ ਵੀ ਸਾਨੂੰ ਸਰਵਣ ਕਰਵਾਉਂਦੇ ਨੇ। ਪਰ 2-2 ਪੰਕਤੀਆਂ ਦੇ 3 ਹਿੱਸੇ ਨਾਲ ਲਗਾਤਾਰ ਹਰ ਰੋਜ਼ ਹੀ ਸੁਣਾਉਂਦੇ ਨੇ। ਅਸੀਂ ਸ਼ਾਇਦ ਮਨ ਵਿੱਚ ਸੋਚਦੇ ਹੋਈਏ ਵੀ ਹੋਰ ਇਹਨਾਂ ਨੂੰ ਸ਼ਬਦ ਹੀ ਕੋਈ ਨਹੀਂ ਆਉਂਦੇ ਹੈਗੇ, ਹੋਰ ਸ਼ਬਦ ਪੜ੍ਹ ਲਿਆ ਕਰਨ। ਐਸਾ ਹੋ ਤਾਂ ਸਕਦਾ ਹੈ, ਪਰ ਮੈਂ ਸਮਝਦਾ ਕਿ ਜਦੋਂ ਅਸੀਂ ਸ਼ਬਦ ਦੀ ਵਿਚਾਰ ਕਰਨ ਵਾਸਤੇ ਜਾ ਰਹੇ ਹਾਂ
ਤਾਂ ਜਿਹੜੀਆਂ ਇਹ ਪੰਕਤੀਆਂ ਦੁਹਰਾਉਂਦੇ ਨੇ, ਸਾਡੇ ਧਿਆਨ ਵਿੱਚ ਲਿਆਉਂਦੇ ਨੇ, ਉਹ ਬਹੁਤ ਕੀਮਤੀ ਨੇ, ਬਹੁਤ ਅੱਛੀਆਂ ਨੇ, ਤੇ ਲਗਾਤਾਰ ਉਹ ਕਹਿੰਦੇ ਰਹਿਣ ਦੇ ਵਿੱਚ ਕੋਈ ਹਰਜ ਨਹੀਂ ਹੋਣਾ ਚਾਹੀਦਾ। ਬਚਨ ਆਖਿਓ ਨੇ ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰ ਬਾਣੀ ਕਹੈ ਸੇਵਕ ਜਨ ਮੰਨੈ, ਪ੍ਰਤੱਖ ਹੈ ਗੁਰੂ ਨਿਸਤਾਰੇ। ਫਿਰ ਤੀਜੇ ਪਾਤਸ਼ਾਹ ਜੀ ਨੇ ਇੱਕ ਹੋਰ ਵਚਨ ਆਖਿਆ, ਇਹ ਬਾਣੀ ਮਹਾਂਪੁਰਖ ਕੀ ਨਿਜ ਘਰ ਵਾਸਾ ਹੋਏ। ਮੈਂ ਇਸ ਸ਼ਬਦ ਨੂੰ ਅੱਗੇ ਲੈ ਕੇ ਚੱਲਣਾ ਚਾਹੁੰਦਾ। ਬਾਣੀ ਮਹਾਂਪੁਰਖ ਕੀ, ਕਿਹੜੇ ਮਹਾਂਪੁਰਖ ਦੀ ਬਾਣੀ? ਅਸੀਂ ਜਦੋਂ ਗਿਣਤੀਆਂ ਵਿੱਚ ਪੈ ਜਾਂਦੇ ਹਾਂ ਤਾਂ ਅਸੀਂ ਗਿਣਤੀ ਕਰਦੇ ਹਾਂ ਕਿ 35 ਮਹਾਂਪੁਰਖਾਂ ਦੀ ਬਾਣੀ ਹੈ। ਉਹਨਾਂ ਮਹਾਂਪੁਰਖਾਂ ਦੇ ਵਿੱਚ ਭਗਤ ਵੀ ਨੇ, ਉਹਨਾਂ ਮਹਾਂਪੁਰਖਾਂ ਦੇ ਵਿੱਚ ਗੁਰੂ ਕੇ ਸਿੱਖ ਭੱਟ ਵੀ ਨੇ, ਬਾਬਾ ਸੁੰਦਰ ਜੀ ਵੀ ਨੇ, ਬਲਵੰਡ ਅਤੇ ਸੱਤਾ ਜੀ ਵੀ ਨੇ, ਅਤੇ ਸਤਿਗੁਰੂ ਮਹਾਰਾਜ ਆਪ 6 ਸਰੂਪਾਂ ਦੇ ਵਿੱਚ, ਉਹਨਾਂ ਤੋਂ ਇਲਾਵਾ 15 ਭਗਤ ਜਿਨ੍ਹਾਂ ਦਾ ਮੈਂ ਪਹਿਲਾਂ ਜ਼ਿਕਰ ਕਰ ਚੁੱਕਾ, ਇਹ ਵੀ ਨੇ। ਤਾਂ ਕੁੱਲ ਮਿਲਾ ਕੇ 35 ਮਹਾਂਪੁਰਖਾਂ ਦੀ ਬਾਣੀ ਆਖੀ ਗਈ, ਜਿਨ੍ਹਾਂ ਨੂੰ ਵੱਖਰੇ ਵੱਖਰੇ ਨਾਵਾਂ ਹੇਠ ਗੁਰਬਾਣੀ ਦੇ ਵਿੱਚ ਨਾ ਸਤਿਗੁਰੂ ਮਹਾਰਾਜ ਨੇ ਸਿਰਲੇਖ ਦੇ ਕੇ ਪੰਜਵੇਂ ਪਾਤਸ਼ਾਹ ਜੀ ਨੇ ਖੁਦ ਸਾਨੂੰ ਸੇਧ ਦਿੱਤੀ। ਲੇਕਿਨ ਜਿਨ੍ਹਾਂ ਨਾਵਾਂ ਦੇ, ਜਿਨ੍ਹਾਂ ਸ਼ਖਸੀਅਤਾਂ ਦੇ ਨਾਮ ਨਾਲ ਮਹਲਾ ਸ਼ਬਦ ਵਰਤਿਆ ਗਿਆ ਨਾ, ਮੰਮਾ ਹਾਹਾ ਲੱਲੇ ਨੂੰ ਕੰਨਾ ਮਹਲਾ, ਕੁਝ ਪ੍ਰੇਮੀ ਮਹੱਲਾ ਕਹਿੰਦੇ ਨੇ, ਕੁਝ ਪ੍ਰੇਮੀ ਮਹਿਲਾ ਕਹਿੰਦੇ ਨੇ, ਭਾਵ ਸਾਰਿਆਂ ਦਾ ਇੱਕੋ ਹੀ ਹੈ। ਮੈਂ ਜੋ ਹਾਹਾ ਹੈ, ਮੈਂ ਉਹਦੀ ਖੜੀ ਤੜੀ ਜਿਹੜੀ ਧੁਨੀ ਹੈ ਨਾ, ਕੇਵਲ ਮੈਂ ਉਸ ਨੂੰ ਲੈ ਕੇ ਚੱਲ ਰਿਹਾ ਮਹੱਲਾ। ਤਿੰਨੇ ਹੀ ਤਰ੍ਹਾਂ ਦੀ ਵਿਚਾਰਧਾਰਾ ਵਾਲੇ ਲੋਕ ਆਖਦੇ ਨੇ ਇਸ ਤੋਂ ਭਾਵ ਹੈ ਸਰੀਰ। ਕਿਹੜਾ ਸਰੀਰ? ਮਹਲਾ ਪਹਿਲਾ, ਪਹਿਲੇ ਪਾਤਸ਼ਾਹ ਦਾ ਸਰੀਰ, ਮਹਲਾ ਦੂਜਾ, ਮਹਲਾ ਤੀਜਾ, ਮਹਲਾ ਚੌਥਾ, ਮਹਲਾ ਪੰਜਵਾਂ ਅਤੇ ਮਹਲਾ ਨੌਵਾਂ। ਸਤਿਗੁਰੂ ਮਹਾਰਾਜ ਜਿੱਥੇ ਮਹਾਂਪੁਰਖ ਨੇ, ਜਿੱਥੇ ਸਾਧੂ ਨੇ, ਉੱਥੇ ਨਾਲ ਹੀ ਨਾਲ ਉਹ ਗੁਰੂ ਨੇ। ਇਹ ਗੱਲ ਚੇਤੇ ਰੱਖਣਾ। ਜਿੱਥੇ ਉਹ ਇੱਕ ਸਿੱਖ ਨੇ, ਜਿੱਥੇ ਇੱਕ ਭਗਤ ਨੇ, ਜਿੱਥੇ ਉਹ ਗਿਆਨੀ ਬ੍ਰਹਮ ਗਿਆਨੀ ਨੇ, ਉੱਥੇ ਉਹ ਨਾਲ ਹੀ ਨਾਲ ਗੁਰੂ ਨੇ। ਗੁਰੂ ਪਦਵੀ ਤੇ ਅਸੀਨ ਨੇ, ਗੁਰੂ ਪਦਵੀ ਤੇ ਅਸੀਨ ਨੇ, ਸ਼ੋਭਤ ਨੇ। ਔਰ ਇਹ ਗੁਰੂ ਪਦ, ਇਹ ਮਹਲਾ ਪਦ ਨਾ ਤਾਂ ਭਗਤਾਂ ਦੇ ਨਾਂ ਨਾਲ ਲਗਾਇਆ ਗਿਆ, ਨਾ ਬਾਕੀ ਗੁਰਸਿੱਖਾਂ ਦੇ ਨਾਮ ਨਾਲ ਜੋੜਿਆ ਗਿਆ। ਇਹ ਕੇਵਲ 6 ਪਾਤਸ਼ਾਹੀਆਂ ਦੇ ਨਾਮ ਨਾਲ ਹੀ ਸ਼ਬਦ ਵਰਤਿਆ ਗਿਆ। ਮੈਂ ਕੀ ਕਹਿਣ ਜਾ ਰਿਹਾ ਸਾਂ, ਅੱਜ ਦੇ ਦਿਨ ਨਾ ਇਹ ਵਿਚਾਰ ਕਰਨੀ ਡਾਢੀ ਜ਼ਰੂਰੀ ਸਾਨੂੰ ਬਣਦੀ ਹੈ। ਇਹਨਾਂ ਮਹਾਂਪੁਰਖਾਂ ਨੇ, ਇਹਨਾਂ ਸਾਧੂ ਜਨਾਂ ਨੇ, ਜਿਹੜੇ ਸਾਧੂ ਜਨ, ਜਿਹੜੇ ਮਹਾਂਪੁਰਖ ਗੁਰੂ ਪਦਵੀ ਦੇ ਧਾਰਨੀ ਹੋਏ, ਉਹਨਾਂ ਨੇ ਜੋ ਬਾਣੀ ਆਖੀ, ਇਹ ਗੋਬਿੰਦ ਦੀ ਬਾਣੀ ਹੈ, ਕਰਤਾਰ ਦੀ ਬਾਣੀ ਹੈ। ਔਰ ਇਉਂ ਨਾ ਗੱਲ ਪ੍ਰਚਲਿਤ ਜਿਵੇਂ ਬਾਕੀ ਧਰਮਾਂ ਦੇ ਬਾਬਤ ਹੈ। ਮੌਸਿਸ ਜਿਹੜੇ ਸਨ ਉਹ ਪਹਾੜ ਤੇ ਇੱਕ ਕੰਦਰਾਂ ਵਿੱਚ ਬੈਠਦੇ ਸਨ ਤੇ ਉਹਨਾਂ ਨੂੰ, ਉਹਨਾਂ ਦੀ ਕਲਾਮ ਦਾ ਆਵੇਸ਼ ਹੁੰਦਾ ਸੀ। ਸ਼ਬਦ ਵਰਤਿਆ ਗਿਆ ਆਵੇਸ਼। ਜਿਸ ਤਰ੍ਹਾਂ ਮੁਹੰਮਦ ਸਾਹਿਬ ਨੂੰ ਕੁਰਾਨ ਦੀਆਂ ਆਇਤਾਂ ਆਵੇਸ਼ ਹੋਈਆਂ, ਨਾਜ਼ਲ ਹੋਈਆਂ, ਉੱਪਰੋਂ ਉਤਰੀਆਂ, ਕਿਉਂਕਿ ਇਹਨਾਂ ਮਹਾਂਪੁਰਸ਼ਾਂ ਨੇ, ਇਹਨਾਂ ਸਾਧੂ ਜਨਾਂ ਨੇ ਜੋ ਕੁਝ ਵੀ ਬਚਨ ਆਖੇ ਉਹ ਸਧਾਰਨ ਬਚਨ ਨਹੀਂ ਸਨ, ਬੋਲ ਨਹੀਂ ਸਨ। ਇਹ ਦਾਅਵਾ ਕੀਤਾ ਗਿਆ ਕਿ ਜੋ ਬਚਨ ਆਖੇ ਗਏ ਨੇ ਇਹ ਖੁਦਾਈ ਬਚਨ ਨੇ, ਇਹ ਖੁਦਾ ਦੀਆਂ ਬਾਤਾਂ ਨੇ ਜਿਹੜੀਆਂ ਮੂਸਾ ਜੀ ਦੇ, ਮੌਸਿਸ ਦੇ ਰਾਹੀਂ ਸੰਸਾਰ ਵਿੱਚ ਪ੍ਰਗਟ ਹੋਈਆਂ, ਜਿਹੜੀਆਂ ਮੁਹੰਮਦ ਜੀ ਦੇ ਰਾਹੀਂ ਸੰਸਾਰ ਵਿੱਚ ਪ੍ਰਗਟ ਹੋਈਆਂ,
जे गीता का उचारण किया गया तो कृष्ण जी के राही ये प्रगट होईयां आदि। और तुहाडे जरूर ध्यान विच होवेगा सतगुरु महाराज का आख्या होया ये वचन कि असीं भी जो ये बाणी कह रहे हाँ ये बाणी साडी नहीं है। जिसनों असीं आख लीए कि सतगुरु महाराज की ये तुकबंदी है तो उन्हों की उचारण की हुई, फिर की कहना चाहते हैं। इस दे जिहड़े ख्यालात ने, इस विचला जिहड़ा सच है, ये ख्यालात ये सच साडा नहीं, ये ख्यालात ये सच रब जी दा है। ये ख्यालात ये सच मेरे खसम दा है, मेरे वाहिगुरू जी दा है। और ऐसे बचन असी चेते करया करते हाँ, जैसी मैं आवे खसम की बाणी तैसड़ा करी ज्ञान वे ला लो। और तीसरे पातशाह जी ने ना एक सुंदर सुंदर ढंग दे नाल सानू थोड़ा जिहा सुचेत कर दिता। भावें पहला पहल ब्राह्मण ही गुरु आख्या जाता सी, मन्निया जाता सी, पर सिੱਖੀ मंडल विच जदों गुरु नानक साहब जी नूं गुरु आख्या गया, उन्होंने बाणी उचारण की, जिसका मैं संकेतक तौर पर पहला हवाला दिता कि इस संसार ते तुरन तो पहला सतगुरां ने शब्द का खजाना अंगद के हवाले किया। गुरु अमरदास जी का आख्या होया वचन विचारण तो पहला थोड़ा जिहा मैं इत्थे रुक के होर कहना चाहांगा। उस वेले जुड़ी हुई संगत दे विच पुत्र भी बैठे हुए सन, बाबा श्री चंद, बाबा लक्ष्मी चंद। लक्ष्मी चंद जी नूं लक्ष्मी दास भी आख्या जाता है, मैं लक्ष्मी चंद कह रहा। उन्होंने संबोधन करदे होया खास तौर पर आख्या सतगुरां ने, कहने लगे लक्ष्मी चंदा देखो तलवंडी दियां जो जमीनां ने उस दे मालक तुसीं हो। करतारपुर की जो जमीन है या होर जो भोए भांडा है सब कुछ दे मालक तुसीं हो। ये सारा कुछ असां तुहानूं सौंपिया, लेकिन शब्द दा खजाना ये केवल अंगद की झोली विच पाया है, तो इसका मालक इसका वारस केवल अंगद है। तुहानूं शब्द उचारण करन दा कोई अधिकार नहीं होवेगा। यह गल स्पष्ट रूप में आखी। तुहानूं बाणी उचारण करन दा अधिकार कोई अधिकार नहीं होवेगा। बाणी उचारण करन दा अधिकारी वो है जिहड़ा साडी थां ते बैठा है। स्पष्ट कर दिता। उसके कई कारण सन जिहड़े सतगुरु महाराज बड़ी भली प्रकार समझते सन, सिखां नूं हौली हौली समझ आए। तीजे पातशाह जी का मैं वचन करन जा रहा सां। असी आनंद बाणी दे विच आनंद साहिब दे विच रोज़ ही पढ़िया करते हाँ, सतगुरु बिना होर कच्ची है बाणी। सतगुरु बिना बोलो सारे, होर कच्ची है बाणी। कहंदे कच्चे यह कारण है, कहंदे कच्चे ते सुनन वाले भी किहो जिहा होए। फिर सुनदे कच्चे, कच्ची आँख बखाणी। हुण कच की है, चित जिनका हिर लिया माया बोलन पै रवाणी। रब्बी कलाम नहीं आ रही, रब्बी आवेश नहीं हो रहा, रब्बी गुणा का वख्यान नहीं हो रहा। निर्मल हिरदे वो सुरतां भावें होर भी होणगियां, मैनूं क्षमा करिओ जे, पर सतगुरां ने एक मर्यादा बन दिती कि बाणी दे करता केवल वो होणगे जिहड़े गुरता दे धारनी होणगे। होर किसी दी किसी कविता नूं कोई भावें अपने नाम नाल गुरु लाई भी फिरे, कोई मानता नहीं होवेगी। उन्होंने बाणी, उन्होंने गुरबाणी नहीं आखिया जा सकेगा। बाद विच इस प्रकार दियां कई उलंघनावां जिहड़ियां ने ना ये होईयां, ये साडे सामने आईयां, जिहड़ियां श्री चंद होरां भी कीतियां
मैं समझदा किसी ना किसी रूप दे विच दातू ते दासू होरां ने भी कीतियां, ਜਿਹੜੀਆਂ ਮੋਹਣ ਤੇ ਮੋਹਰੀ ਕਿਆਂ ਨੇ ਵੀ ਕੀਤੀਆਂ, ਜਿਹੜੀਆਂ ਪ੍ਰਿਥੀ ਚੰਦੀਆਂ ਨੇ ਵੀ ਕੀਤੀਆਂ। ਬਕਾਇਦਾ ਉਹਨਾਂ ਦੇ ਹਵਾਲੇ ਮਿਲਦੇ ਨੇ। ਬਾਅਦ ਵਿੱਚ ਜਾ ਕੇ ਇਉਂ ਵੀ ਲੱਭਦਾ ਹੈ ਸਾਨੂੰ ਕਿ ਧੀਰ ਮਲੀਆਂ ਨੇ ਵੀ ਕੀਤੀਆਂ ਕਿਸੇ ਨਾ ਕਿਸੇ ਰੂਪ ਦੇ ਵਿੱਚ। ਜੇ ਆਰੰਭ ਦੇ ਵਿੱਚ ਐਸਾ ਨਾ ਹੁੰਦਾ, ਸਤਿਗੁਰੂ ਮਹਾਰਾਜ ਗੁਰੂ ਅਮਰਦਾਸ ਸਾਹਿਬ ਨਾ ਦੇਖ ਰਹੇ ਹੁੰਦੇ ਤਾਂ ਉਹ ਕਦੀ ਵੀ ਨਾ ਆਖਦੇ कि सतगुरु बिना होर कच्ची है बाणी, कहते कच्चे सुनते कच्चे कच्ची आख बखाणी हर हर चित जिनका हिरलिया माया बोलन पैर बाणी। वो देखते पे ने नाव भावें गुरु कहा लिया, आसन लगा के बैठ गए, मंजी डाह के बैठ गए, मंजी दास बहालिया। भाई साहब होरी भाई गुरदास जी होनी बकायदा जिक्र करते हैं। दास तो भाव है दासू जिन्हों असीं कहते हैं। दाता सिद्ध आसन सिख आया, आसन किवें लगाए जा सकते हैं, सिद्धा कोलों सिख के आके मंजी डाह के ये भी बह गया, गुरु बन के बह गया। हुण सुभावक है कि ये उपदेश भी देवेगा, तो जो उपदेश दिता जाता आख्या जाता है कि बाणी है। तो सतगुरु गुरु अमरदास साहब ने अपने अखी वेखिया नहीं, इनू बाणी नहीं आख्या जा सकता। गुरु के सिख सावधान होण ते हमेशा गुरबाणी उस दे नाल जुड़न जिहड़ी गुरबाणी गुरु साहब सच्चे पातशाह ने उचारण की है, आखी है। और मैं संखेपता दे नाल अज दे समय की गल साडे ध्यान विच लिआउंदिआं होइआं जे मैं कह दिआं कि उन्हां दी बाणी 6 गुरु साहिबान दी बाणी, 9वें पातशाह दी बाणी जो 10वें पातशाह जी ने दर्ज की समय नाल श्री गुरु ग्रंथ साहिब दे विच उस बाणी दे नाल जिथे भगतां दी बाणी दर्ज है, जिथे भट्ट साहिबान दी बाणी दर्ज है, जिथे तिन्नां गुरसिखां दी बाणी दर्ज है, उस बाणी नूं सिर निवाउंदिआं होइआं, सीस निवाउंदिआं होइआं सानू इस भाव दे बचने आखे दशमेश जी ने, आग्या भई अकाल की तभी चलायो पंथ, सब सिखण को हुक्म है, हाँ जी गुरु मानियो ग्रंथ। श्री गुरु ग्रंथ साहिब जी दे विच जो बाणी दर्ज है उसते किसी प्रकार का उटंकन, उसते किसी प्रकार का संशा शंका नहीं होना चाहिए, कतई नहीं होना चाहिए। ना शंका उठाउण वालियां नूं, ना शंका मन के चलण वालियां नूं। ये गल परवानी जा सकती है, बिल्कुल नहीं हो सकती। एक वचन मैं जरूर आप जी के ध्यान में लियावांगा। जदों गोविंद की बाणी आखी सतगुरु सच्चे पातशाह जी ने, तो गोविंद की बाणी तो भाव है वो बाणी जिहड़ी गोविंद दे गुणां दा एहसास करवाउंदी है, जिहड़ी गोविंद दे गुणां दा एहसास करवाउंदी है। तुसीं ध्यान करोगे सतगुरु महाराज सब तो पहला आप बाणी उचारण वाले ने, उन्हां दी बाणी दी व्याख्या स्वरूप दूजे पातशाह गुरु अंगद साहब जिन्हां ने सब तो पहला पहल की गुरु नानक साहब जी की बाणी की व्याख्या स्वरूप रचना करन विच, तीजे चौथे पंजवें अते 9वें पातशाह। लेकिन सतगुरु गुरु नानक साहब जी ने अपनी रचित बाणी दे विच कोई जिक्र नहीं किया साडे पिता जी का नाम ऐ सी, साडे माता जी का नाम ऐ है, साडे पुत्रां दा नाम ऐ है, साडी भैन दा साडी बेबे जी का नाम ए है, किते जिक्र होया ना दूजियां ने, तीजियां ने, चौथियां ने, पंजवियां ने, ना 9वियां ने, ऐसा कोई जिक्र नहीं किया। केवल पंजवें पातशाह महाराज के कुछ शब्द मिलते हैं जिथे 6वियां का हवाला मिलता है, हरि गोविंद नवा निरोआ। हाँ जी 6वें पातशाह का नाम लैके कुछ होर शब्द भी मिलते हैं। मेरा कहण तो भाव केवल संखेप रूप में है, उन्होंने तो अपने परिवारों का जिक्र भी नहीं किया, उन्होंने इतिहास दीयां घटनावां का बहुत जिक्र नहीं किया। बाबर आया तो उस वेले की होया ये मामूली जिहा जिक्र मिलता है, लेकिन
उपदेश जो है वो रब्बी उपदेश है। आदेश बाबा आदेश, आद पुरख तेरा अंत ना पाया, कर कर वेखें वेश। सुरती उत्थे ही है। वाहिगुरू जी के गुणों वाले पासे ध्यान दी वाया। तो जे मैं इं आखां कि श्री गुरु ग्रंथ साहिब महाराज आद तो लैके अंत तक सारी दी सारी बाणी सानू गोविंद दे नाल जोड़दी है, वाहिगुरू जी दे नाल जोड़दी है, हरि दे नाल जोड़दी है। और इसे करके क्योंकि हरि नाल जोड़न वाली है, गोविंद नाल जोड़न वाली है, निरंकार दे नाल जोड़न वाली है, इसे लिए सतगुरां ने संकेत कर दिता, वाह वाह बाणी निरंकार है और नहीं कुछ। वाह वाह बाणी निरंकार है, तिस चेवड़ अवर ना कोय। शब्द की थोड़ी जी अखरी विचार आप कर लीए होर इस प्रसंग को समझदे होया। बाकी आप कुछ इतिहासक बात फिर करते हैं। सतगुरु गुरु नानक साहब जी की जो बख्शिश है, इत्थे जदों आखिया जप मन मेरे गोविंद की बाणी, साधु जन राम रसन वखाणी। हमेशा तुसी सारे गोविंद दी भाव परमेश्वर दी वाहिगुरू जी दी बाणी जपो। इत्थे बाणी तो भाव जो मैं समझ सकता हाँ वो ये है कि उस दे गुणां दा ध्यान धरो, उस दे गुणां दा ध्यान धरो, गुणां दी विचार करो। ध्यान गोविंद वाले पासे होवे, जिवें कि सारे शब्द च दृढ़ करवाया गया, जिस सिमरत दुख सब जाए। जिस गोविंद नूं सिमरदियां होया जीवन का सारा दुख चला जाता है। नाम रतन वसै मन आए। तो नाम रतन हुण जिवें कि मानयोग जी होरां ने आखिया कि हर शब्द के भेत हुंदे ने, समय समय उन्हां भेतां नूं लै के विचारिया जाता है तो चलिया जाता है, जिवें वंड छकण दा ते सेवा करन दा ते इत्यादि। इसे तरह नाम शब्द का अर्थ एक नहीं है। ये ठीक है कि सिੱਖੀ मंडल विच वाहिगुरू जी का करतार का नाम वाहिगुरू कह के असीं याद करते हैं। हर सिख नूं अमृत वेले याद करन का हुक्म है। गुरु पंथ ने जदों मर्यादा बधी तो बकायदा लिखिया, दिहाड़ी भी जपे दिहाड़ी भी जुड़े, लेकिन अमृत वेले प्रभाते अपनियां नितनेम दीयां बाणियां जो हैं मुकर्रर कीतियां खालसा जी ने, उन्हां बाणियां तो पहलां अकाल पुरख का ध्यान तरदियां होया वाहिगुरू का जाप करे। ये ठीक है, लेकिन इस दे नाल ही नाल ना नाम रतन तो भाव मैं इयों समझदा, रहाओ दीयां पंक्तियां ध्यान विच रख के वाहिगुरू जी दे गुणा रूपी रतन जिहड़े ने वो साडे हिरदे विच फिर वसदे हन। गुणा रूपी रतन, किहड़े गुणा रूपी रतन? देखना आरंभ दे विच ना असां ने सत्ता जी होरां दा आखिया होया वचन गुरु नानक साहब जी दे बाबत असां ने चेते कीता। जेड़े मानयोग जी कहते हैं हो रहे हो गंग बहाई है दुनियाई आखे के ओन। सतगुरु महाराज की सारी उम्र की घालना इस गल ते टिकी हुई है कि दुनिया आखदी पई है गुरु नानक ने की कर दिता। हो रहे हो गंग बहाई है, इन्हें तो होर ही गंगा बहा दी। ये किहड़ी होर गंगा बहा दी? कित्थे बहा दी? ये गंगोत्री वाली गंगा नहीं है, ये पहाड़ों वाली गंगा नहीं है, किसी होर थां दी गंगा नहीं है। ये वो गंगा है जिहड़ी करतारपुर दे विच वही, और केवल करतारपुर विच ही नहीं वही, ये वो गंगा है जिहड़ी सुल्तानपुर भी वही, जिहड़ी तलवंडी ननकाना साहब भी वही, ते केवल तलवंडी ननकाना साहब या सुल्तानपुर ही नहीं वही, ये तो मक्के विच जाके भी वही, ये तो हरद्वार के किनारियां ते भी वही, ये तो सब थावां ते गोरख मत्ता जो नानक मत्ता होया उत्थे जाके भी ये गंगा वही।
किस रूप के विच वही। ये साडे विचार करन वालियां गल्लां ने, भेत ने। आखिया मानयोग जी ने, भाई साहब सत्ता जी होरां ने, गुरु के कीर्तनियां ने, रबाबियां ने आखिया, होरियों गंग बहाई है दुनियाई आखे के क्यों, नानक ईसर जगन्नाथ उच हद्दी वैन विरके ओन। गुरु नानक साहब जो रब ने, ईश्वर ने, उन्होंने बड़े उच्चे सिखरले बचने आखे, उच हद्दी वैन विरके ओन। मधाना परबतकार नेत्र बासक शब्द रिड़के ओन। उन्होंने उच्ची सुरती नाल, निर्मल मन दे नाल शब्द दा रिड़कना पाया, शब्द दा रिड़कना पाया, शब्द नूं रिड़किया अते रिड़क के की कीता, 14 रतन निकालियन करे आवा गौण चिलके आउण, ऐ कीता। उस विचों 14 रतन कढ़े। हुण मैं ऐसा प्रतीत करदा कि 14 रतन जिस वेले आखदे ने सत्ता जी, तो शायद इसलिए आखदे ने क्योंकि उदाहरण वो पुरानी जिहड़ी पुराणक है उसनूं लिया गया कि देवतियां ते दैंतां ने कदी समुंदर रिड़किया सी, खीर समुंदर रिड़किया सी, ते उहदे विचों 14 रतन कढ़े सन। विचे कल्प बिरछ भी सी, विचे काम तेहन गऊ भी सी, विचे अपछरा भी सी, विचे सुनागर महान हकीम भी सी, जिथे बड़े सोहने कन्ना वाला जिन्हों दरियाई घोड़ा आखते हैं वह भी सी, ते कुछ होर वस्तुआं सन। लेकिन ध्यान रखना, सतगुरां ने जिहड़ा शब्द दा रिड़कना पाया है, शब्द दा रिड़कना रिड़क के उस दे विचों कोई कल्प बिरछ नहीं कढ़िया, उस दे विचों कोई काम तहन गऊ नहीं कढ़ी, उस दे विचों कुछ होर नहीं कढ़िया, उस दे विचों वो गुण कढ़े। गुण जेड़े गुण जिन्हां गुणां दी पूर्ति ना किसी काम तहन तो हो सकती है, ना कल्प बिरछ तो हो सकती, ना किसी होर तो हो सकती है। और वो गुण जिन्हां गुणां दे नाल सिੱਖੀ सारे सिख उन्हां दा जीवन चिलका के रख दिता, सतगुरु महाराज ने लिशका दिता, खूबसूरत बना दिता। वो किहड़े सन जिन्हें विचों ना संकेतक रूप में महाराज आप भी लिख गए ने, जत पहारा, हाँ जी याद कर लो, जत पहारा धीरज सुनियार अहरन मत वेद हथियार भाओ खल्ला अग्नि तपताओ भांडा भाओ अमृत तित ढाल घड़िया शब्द सच्ची टकसाल। अरे गुण कित्थे प्राप्त होंदे ने? जत सत तप धीरज है। हुण उंगलां ते जदों असीं गिणांगे तो मैं ऐसा प्रतीत करदा कि उंगलां ते गिणदियां गिणदियां 14 ते नहीं खड़ोंदे असीं, कितने सारे ही ने रतन। इत्थे प्यार भी है, इत्थे निम्रता भी है, इत्थे सेवा भी है। और मैं पिछले दिन भी बेनती कर रहा सा, सब तो सर्वोत्तम एक गुण है। जदों मानयोग जी कहते हैं सेवा के भी अर्थ किए जाते हैं, हाँ परोपकार नूं सतगुरां ने सेवा का नाम दिता। जिहड़ियां कमजोरियां परोपकारी के अंदर आ जांदियां ने, सेवा करने वाले अंदर वो कमजोरियां नहीं आउंदियां, पर सेवा धन दी, सेवा मन दी, सेवा की की सीमा है। लेकिन सतगुरु महाराज ने सेवा करन वालियां नूं अपने सीस नाल सेवा करन दा भी बल सिखाया, जिसनूं आखिया गया शहादत। यह शहादत रूपी रतन, यह शहादत रूपी एक कमाल दा गुण, जे मैं इउं आखां हथ जोड़ के, सतगुरु गुरु नानक साहब ने अपनी सिखां दी झोली विच पाया। और यह शहादत वाला जिहड़ा गुण है, ये केवल सतगुरु महाराज के 1539 विच इस संसार चों चले जाण दे नाल समाप्त नहीं हो गया। ये शहादत का गुण अज भी सानू प्राप्त हुंदा है, लेकिन प्राप्त कित्थों हुंदा है? गुरबाणी दे विचों। प्राप्त किन्हां नूं हुंदा है? जिहड़े शब्द दा रिड़कना पाउंदे ने, जिहड़े शब्द नूं रिड़कदे ने, शब्द नूं जिहड़े विचारदे ने, शब्द जिन्हां दी सुरती विच है, बाणी जिन्हां दी सुरती विच है, शहादत वाले पासे वही तुर सकते हैं। दूजे तीजे कच्चे पिले, जे एवं आखिए कच्चे पिले नहीं तुर सकते, मेरे मत्था टेकन वाले नहीं तुर सकते।
ਅਸੀਂ ਪੰਜਾਂ ਪਿਆਰਿਆਂ ਦੀਆਂ ਗੱਲਾਂ ਕਰਦੇ ਹਾਂ ਜਿਸ ਵੇਲੇ, ਤੇ ਪੰਜ ਪਿਆਰਿਆਂ ਦਾ ਆਪਾਂ ਭੇਟ ਕਰ ਦੇਣਾ ਇੱਕ ਬਹੁਤ ਮਹਾਨ ਕੌਤਕ ਹੈ, ਬਹੁਤ ਮਹਾਨ। ਲਿਸ਼ਕਦੀ ਹੋਈ ਤਲਵਾਰ ਦੇ ਸਨਮੁਖ ਬਿਨਾਂ ਕੋਈ ਸਵਾਲ ਕੀਤਿਆਂ ਹੋਇਆਂ ਆ ਕੇ ਆਪਣਾ ਸੀਸ ਭੇਟ ਕਰ ਦੇਣਾ, ਤੁਹਾਨੂੰ ਕਿਸੇ ਹੋਰ ਧਰਮ ਮਤ ਮਜ਼ਹਬ ਦੇ ਵਿੱਚ ਐਸਾ ਨਹੀਂ ਮਿਲੇਗਾ। ਇਹ ਕਿਸ ਨੇ ਕੀਤਾ? ਜਿਨ੍ਹਾਂ ਦਾ ਨਾਮ ਭਾਵੇਂ ਭਾਈ ਧਰਮ ਰਾਏ ਰਾਮ ਸੀ ਪਹਿਲਾਂ, ਭਾਈ ਦਇਆ ਰਾਮ ਸੀ ਪਹਿਲਾਂ, ਧਰਮ ਚੰਦ ਸੀ ਪਹਿਲਾਂ, ਜਾਂ ਇਸੇ ਤਰ੍ਹਾਂ ਬਾਕੀ ਪਿਆਰੇ ਸਾਹਿਬਾਨ ਦਾ ਸ਼ੁਭ ਨਾਮ ਸੀ, ਪਰ ਸਾਰੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਸਿੱਖ ਸਨ, ਸਾਰੇ ਚਰਨ ਪੌਲੀਏ ਸਨ, ਸਾਰਿਆਂ ਨੂੰ ਬਾਣੀ ਪਹਿਲਾਂ ਯਾਦ ਸੀ, ਸਾਰੇ ਸਾਬਤ ਸੂਰਤ ਸਨ, ਐਵੇਂ ਨਹੀਂ। ਔਰ ਸਾਰਿਆਂ ਨੂੰ ਕੇਵਲ ਬਾਣੀ ਯਾਦ ਹੋ ਜਾਣੀ ਇੱਕ ਬਹੁਤ ਬੜੀ ਵੱਡੀ ਪ੍ਰਾਪਤੀ ਹੁੰਦੀ ਹੈ, ਪਰ ਕੇਵਲ ਬਾਣੀ ਯਾਦ ਕਰਨ ਤੇ ਨਹੀਂ ਰੁਕ ਜਾਣਾ, ਬਾਣੀ ਦਾ ਰਿੜਕਣਾ ਪਾਉਣ ਵਾਲੇ ਸਨ, ਜਿਨ੍ਹਾਂ ਨੇ ਬਾਣੀ ਨੂੰ ਰਿੜਕਿਆ ਸੀ। ਔਰ ਰਿੜਕਣ ਵਾਲਿਆਂ ਦੇ ਅੰਦਰ ਹੀ ਇਹ ਸਾਰੇ ਸ਼ੁਭ ਗੁਣ ਜਿਹੜੇ ਨੇ ਨਾ, ਇਹ ਉੱਭਰ ਕੇ ਸਾਹਮਣੇ ਆਉਂਦੇ ਨੇ। ਮੈਂ ਇੱਕ ਬੇਨਤੀ ਕਰਾਂ, ਅੱਜ ਦੇ ਦਿਨ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ, ਸਾਰੀ ਦੁਨੀਆ ਵਿੱਚ, ਸਾਰੇ ਸੰਸਾਰ ਵਿੱਚ, ਕੇਵਲ ਸਿੱਖ ਸੰਸਾਰ ਨਹੀਂ, ਆਲ ਵਰਲਡ ਜਿਸ ਨੂੰ ਮੈਂ ਕਹਿ ਰਿਹਾ, ਇਸ ਪਾਸੇ ਦੇ ਦੂਰ ਦੁਰਾਡੇ ਦੇ ਕੰਟਰੀ ਨਿਊਜ਼ੀਲੈਂਡ ਤੇ ਆਸਟ੍ਰੇਲੀਆ, ਦੂਜੇ ਪਾਸੇ ਦੇ ਅਮਰੀਕਾ ਤੇ ਕੈਨੇਡਾ, ਸਾਰਾ ਯੂਰਪ ਜਾਂ ਆਪਣਾ ਏਸ਼ੀਆ ਤੇ ਹੋਰ ਸਾਰੇ, ਮੈਨੂੰ ਅਕਸਰ ਜਾਣ ਆਉਣ ਦਾ ਮੌਕਾ ਬਣਦਾ ਹੈ। ਜਿੱਥੇ ਵੀ ਤੁਸੀਂ ਜਾਓ ਉੱਥੇ ਹੀ ਸਿੱਖਾਂ ਦੀ ਤਾਰੀਫ ਕੀਤੀ ਜਾਂਦੀ ਹੈ, ਸਿੱਖਾਂ ਦੀ ਤਾਰੀਫ ਕੀਤੀ ਜਾ ਰਹੀ ਹੈ, ਸਿੱਖਾਂ ਨੂੰ ਸੀਨੇ ਨਾਲ ਲਾਇਆ ਜਾ ਰਿਹਾ ਹੈ। ਸਿੱਖਾਂ ਦੀ ਕਿਤੇ ਬਹੁਤ ਗਿਣਤੀ ਹੈ, ਬਹੁਤ ਗਿਣਤੀ ਨਹੀਂ ਹੈ। ਫਿਰ ਅਸੀਂ ਵਿਚਾਰਨਾ ਹੋਵੇ ਕਿ ਸਾਡੇ ਕੋਲ ਕਿਹੜੀ ਗੱਲ ਹੈ ਖਾਸ ਜਿਸ ਕਰਕੇ ਸਾਨੂੰ ਸਾਰੇ ਆਪਣੇ ਕੋਲ ਬਿਠਾਉਣਾ ਚਾਹੁੰਦੇ ਨੇ, ਸਾਨੂੰ ਮਾਣ ਦੇਣਾ ਚਾਹੁੰਦੇ ਨੇ, ਸਾਨੂੰ ਅੱਗੇ ਲਾ ਕੇ ਚੱਲਣਾ ਚਾਹੁੰਦੇ ਨੇ, ਸਾਡੀ ਹਮਾਇਤ ਵਿੱਚ ਖੜੇ ਹੁੰਦੇ ਨੇ। ਤੇ ਖਿਮਾ ਕਰਿਓ ਜੇ, ਧਿਆਨ ਰੱਖਿਓ ਜੇ, ਸਿੱਖਾਂ ਦੇ ਕੋਲ ਹੋਰ ਵਿਸ਼ੇਸ਼ ਕੁਛ ਵੀ ਨਹੀਂ ਜੇ, ਸਿੱਖਾਂ ਦੀ ਝੋਲੀ ਵਿੱਚ ਮਹਾਰਾਜ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ ਹੈ, ਉਹਨਾਂ ਦੀ ਬਾਣੀ ਹੈ। ਜਿਸ ਬਾਣੀ ਕਰਕੇ ਅਸੀਂ ਅਮੀਰ ਹਾਂ, ਜਿਸ ਬਾਣੀ ਕਰਕੇ ਸਾਡਾ ਜੀਵਨ ਅਮੀਰ ਹੈ, ਜਿਸ ਬਾਣੀ ਕਰਕੇ ਅਸੀਂ ਸੋਹਣੇ ਲੱਗਦੇ ਹਾਂ, ਕਿਉਂਕਿ ਸਤਿਗੁਰੂ ਮਹਾਰਾਜ ਨੇ ਕੀਤਾ, ਕਰ ਆਵਾ ਗਾਉਣ ਚਿਲਕੇ ਆਉਣ, ਨਾਲ ਪਿਆਰ ਕਰਨ ਵਾਲਾ, ਭਾਵੇਂ ਕੋਈ ਲੁਹਾਰ ਹੱਸੂ ਵਰਗਾ ਸੀ, ਭਾਵੇਂ ਕੋਈ ਸੈਦੋ, ਕੋਈ ਕੁਛ ਸੀ, ਘਈ ਸੀ, ਕੋਈ ਤਰਖਾਨ ਸੀ, ਹਾਂਜੀ, ਕੋਈ ਹੋਰ ਸੀ, ਭਾਵੇਂ ਕੋਈ ਇਹਨਾਂ ਸੰਨਿਆਸੀਆਂ ਵਿੱਚੋਂ, ਜੋਗੀਆਂ ਵਿੱਚੋਂ, ਵੈਸ਼ਨਵਾਂ ਵਿੱਚੋਂ ਕੋਈ ਵੀ ਆਇਆ, ਜਿਹੜਾ ਵੀ ਬਾਣੀ ਨਾਲ ਜੁੜਿਆ, ਸਤਿਗੁਰੂ ਮਹਾਰਾਜ ਨੇ ਸਾਰਿਆਂ ਦਾ ਜੀਵਨ ਲਿਸ਼ਕਾ ਕੇ ਰੱਖ ਦਿੱਤਾ। ਬੁੱਢਾ ਜੀ ਅੱਜ ਸਾਡੇ ਸਤਿਕਾਰ ਦੇ, ਕਿੱਡੇ ਵੱਡੇ ਸਤਿਕਾਰ ਦੇ ਪਾਤਰ ਨੇ। ਅਸੀਂ ਸਤਿਕਾਰ ਨਾਲ ਬਾਬਾ ਬੁੱਢਾ ਸਾਹਿਬ ਆਖਦੇ ਹਾਂ, ਬਾਬਾ ਬੁੱਢਾ ਜੀ ਆਖਦੇ ਹਾਂ। ਵਾਹਿਗੁਰੂ, ਤੁਸੀਂ ਧਿਆਨ ਕਰਿਓ ਜੇ, ਉਸ ਵੇਲੇ ਹੀ ਨਹੀਂ, ਅੱਜ ਦੇ ਸਮੇਂ ਵਿੱਚ ਵੀ ਬ੍ਰਾਹਮਣ ਕਿਸੇ ਨੂੰ ਪੁੱਛ ਲਵੋ ਬਈ ਰੰਧਾਵਿਆਂ ਦੀ ਗਿਣਤੀ ਤੁਸੀਂ ਕਿੱਥੇ ਕਰਦੇ ਹੋ, ਜੱਟਾਂ ਦੀ ਗਿਣਤੀ ਤੁਸੀਂ ਕਿੱਥੇ ਕਰਦੇ ਹੋ, ਤੇ ਬ੍ਰਾਹਮਣ ਦੱਸ ਦੇਵੇਗਾ ਇਹ ਸ਼ੂਦਰ ਹੀ ਨੇ, ਹੋਰ ਕੀ ਹੈ। ਵਾਹਿਗੁਰੂ, ਸ਼ੂਦਰ ਹੀ ਨੇ। ਲੇਕਿਨ ਸਤਿਗੁਰੂ ਮਹਾਰਾਜ ਨੇ ਸ਼ਬਦ ਨਾਲ ਜੋੜ ਕੇ, ਸ਼ਬਦ ਨਾਲ ਜੁੜ ਕੇ ਆਪਣਾ ਭਾਈ ਬਣਾ ਲਿਆ। ਔਰ ਇੱਕ ਦਿਨ ਐਸਾ ਆਇਆ ਕਿ ਪੰਜਵੇਂ ਪਾਤਸ਼ਾਹ ਮਹਾਰਾਜ ਨੇ ਆਪਣੇ ਹੱਥੋਂ ਚੌਰ ਉਹਨਾਂ ਦੇ ਹੱਥ ਵਿੱਚ ਥਮਾ ਕੇ ਆਖਿਆ, ਬੁੱਢਾ ਸਾਹਿਬ ਖੋਲੋ ਗ੍ਰੰਥ, ਲਿਓ ਆਵਾਜ਼, ਸੁਣੇ ਸਭ ਪੰਥ। ਹੁਣ ਨਾ ਅਸੀਂ ਇਹ ਜਿਹੜਾ ਪਿਛੋਕੜ ਹੈ, ਜਦੋਂ ਅਸੀਂ ਇਹ ਵਿਚਾਰਾਂਗੇ ਨਹੀਂ ਤੇ ਸਾਨੂੰ ਗੁਰੂ ਨਾਨਕ ਸਾਹਿਬ ਜੀ ਦੀਆਂ ਬਖਸ਼ਾਂ ਦਾ ਅਹਿਸਾਸ ਨਹੀਂ ਹੋਵੇਗਾ। ਚੌਥੇ ਪਾਤਸ਼ਾਹ ਜੀ ਨੇ ਫਿਰ ਆਖਿਆ, ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੌ ਵਰਨਾ ਕੋ ਸਾਂਝਾ, ਗੁਰਮੁਖ ਨਾਮ ਜਪੈ ਉਦਰੈ ਸੋ ਕਲ ਮਹਿ, ਘਟ ਘਟ ਨਾਨਕ ਮਾਝਾ। ਅਤੇ ਪਹਿਲੇ ਪਾਤਸ਼ਾਹ ਜੀ ਨੇ ਖੁਦ ਆਖਿਆ, ਸਭ ਨਾਦ ਭੇਦ ਗੁਰਬਾਣੀ। ਸਾਡੇ ਨਾਲ ਪਿਆਰ ਕਰਨ ਵਾਲਿਆਂ ਨੂੰ ਜੋਗੀਆਂ ਦੀਆਂ ਸਾਧਨਾ ਸਾਧਨ ਦੀ ਕੋਈ ਜ਼ਰੂਰਤ ਨਹੀਂ ਹੈ।
ਜਿਹੜਾ ਹੋਰ ਧਾਰਮਿਕ ਗਿਆਨ ਆਖਿਆ ਜਾਂਦਾ ਹੈ, ਵੇਦ ਸ਼ਬਦ ਦਾ ਅਰਥ ਹੈ ਗਿਆਨ, ਭਾਵੇਂ ਉਹ ਸਿਮਰਤੀਆਂ ਵਿੱਚ ਹੈ, ਸ਼ਾਸਤਰਾਂ ਵਿੱਚ ਹੈ, ਜਾਂ ਹੋਰ ਉਪਨਿਸ਼ਦਾਂ ਦੀਆਂ ਕਿਸੇ ਥਾਂ ਤੇ ਹੈ, ਕੋਈ ਜ਼ਰੂਰਤ ਨਹੀਂ ਹੈ। ਸ਼ਬਨਾਦ ਵੇਦ ਕਿੱਥੇ ਮਿਲ ਜਾਂਦਾ ਹੈ? ਗੁਰਬਾਣੀ ਕਿਸ ਨੂੰ ਮਿਲਦਾ ਹੈ? ਮਨ ਰਾਤਾ ਸਾਰਿੰਗ ਪਾਣੀ, ਤਹਾਂ ਤੀਰਥ ਵਰਤ ਤਪ ਸਾਰੇ, ਗੁਰ ਮਿਲਿਆ ਹਰਿ ਨਿਸਤਾਰੇ। ਔਰ ਸਤਿਗੁਰੂ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦੇ ਮਹਾਨ ਪਰਉਪਕਾਰ ਦੀ ਗੱਲ ਮੈਂ ਸਿਰਫ ਇੱਕ ਸੈਂਟੈਂਸ ਵਿੱਚ ਕਹਿ ਕੇ ਤੁਹਾਡੇ ਪਾਸੋਂ ਖਿਮਾ ਮੰਗਾਂਗਾ। ਬਾਕੀ ਵਿਚਾਰ ਵਿਆਖਿਆ ਫਿਰ ਕਦੀ ਆਪਾਂ ਇਤਿਹਾਸਕ ਤੌਰ ਤੇ ਜੋ ਹੋਈ ਆਪਾਂ ਕਰਾਂਗੇ। 1899 ਵਿੱਚ ਖਾਲਸਾ ਜੀ ਦੀ ਦੂਜੀ ਸਾਜਨਾ ਸ਼ਤਾਬਦੀ ਮਨਾਉਂਦਿਆਂ ਹੋਇਆਂ ਜਦੋਂ ਅਕਾਲ ਤਖਤ ਸਾਹਿਬ ਤੇ ਦੀਵਾਨ ਸਜਿਆ, ਇੱਕ ਮਹਾਨ ਵਿਦਵਾਨ ਜੋ ਆਇਰਲੈਂਡ ਦਾ ਰਹਿਣ ਵਾਲਾ ਸੀ ਮੈਕਾਲਿਫ, ਜਿਸ ਨੇ ਦਾ ਸਿੱਖ ਰਿਲੀਜਨ ਬੁੱਕ ਵੀ ਲਿਖੀ ਸੀ 6 ਕਾਲਮਾਂ ਦੇ 6 ਵਾਲੀਅਮਸ ਦੇ ਵਿੱਚ, ਉਸਨੇ ਇੱਕ ਗੱਲ ਚੇਤੇ ਕਰਵਾਈ, ਓਏ ਸਿੱਖੋ, ਮੈਂ ਤੁਹਾਨੂੰ ਯਾਦ ਕਰਵਾਉਣਾ ਚਾਹੁੰਦਾ, ਇਹ ਮਾਣ ਮੈਂ ਕ੍ਰਿਸਚੀਅਨ ਹਾਂ, ਬਾਵਜੂਦ ਇਹ ਮਾਣ ਮੇਰੇ ਪਾਸ ਨਹੀਂ ਹੈ, ਇਹ ਮਾਣ ਕਿਸੇ ਮੁਸਲਮਾਨ ਦੇ ਪਾਸ ਨਹੀਂ ਹੈ। ਸਾਰਿਆਂ ਦੀ ਗਿਣਤੀ ਕਰਕੇ ਕਹਿਣ ਲੱਗਾ, ਮੁੱਕਦੀ ਗੱਲ, ਕਿਸੇ ਕੋਲ ਇਹ ਮਾਣ ਨਹੀਂ ਹੈ। ਕਿਹੜਾ ਮਾਣ? ਕਹਿੰਦੇ ਨੇ ਜਿਹੜਾ ਮਾਣ ਤੁਹਾਡੇ ਕੋਲ ਹੈ। ਤੁਸੀਂ ਕਹਿ ਸਕਦੇ ਹੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ 1604 ਈਸਵੀ ਨੂੰ ਭਾਦਰੋਂ ਸੁਦੀ ਏਕਮ ਵਾਲੇ ਦਿਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪੋਥੀ ਸਾਹਿਬ ਦੇ ਰੂਪ ਵਿੱਚ ਹਰਿਮੰਦਰ ਸਾਹਿਬ ਫਸਟ ਟਾਈਮ ਪ੍ਰਕਾਸ਼ਿਆ, ਜਿਹੜਾ ਪੰਜਵੇਂ ਪਾਤਸ਼ਾਹ ਜੀ ਨੇ ਆਪਣੇ ਹੁੰਦਿਆਂ ਸੁੰਦਿਆਂ ਲਿਖਵਾਇਆ ਭਾਈ ਗੁਰਦਾਸ ਜੀ ਦੇ ਪਾਸੋਂ। ਤੁਸੀਂ ਕਹਿ ਸਕਦੇ ਹੋ ਜਿਸ ਦੇ ਵਿੱਚ ਬਾਣੀ ਦਸਮ ਪਾਤਸ਼ਾਹ ਜੀ ਨੇ ਦਰਜ ਕਰਵਾਈ, ਫਿਰ 9ਵੇਂ ਸਤਿਗੁਰਾਂ ਦੀ। ਤੁਸੀਂ ਕਹਿ ਸਕਦੇ ਹੋ। ਕਹਿੰਦੇ ਕਿਸੇ ਨੂੰ ਪਤਾ ਨਹੀਂ ਗੀਤਾ ਕਦੋਂ ਲਿਖੀ ਗਈ ਹੈ, ਕਿਸੇ ਨੂੰ ਪਤਾ ਨਹੀਂ ਕੁਰਾਨ ਕਦੋਂ ਲਿਖਿਆ ਗਿਆ, ਕਿਸੇ ਨੂੰ ਕੋਈ ਪਤਾ ਨਹੀਂ ਇੰਜੀਲ ਕਦੋਂ ਲਿਖੀ ਗਈ। ਸਭ ਅਟੇ ਸਟਿਆਂ ਨਾਲ ਗੱਲਾਂ ਕਰਦੇ ਨੇ, ਤੋਰਾ ਕਦੋਂ ਲਿਖਿਆ ਗਿਆ, ਕਿਸੇ ਨੂੰ ਪਤਾ ਨਹੀਂ। ਤੁਹਾਨੂੰ ਪਤਾ ਹੈ ਗੁਰੂ ਗ੍ਰੰਥ ਸਾਹਿਬ ਕਦੋਂ ਲਿਖਿਆ ਗਿਆ। ਇਹ ਮਾਣ ਤੁਹਾਡੇ ਕੋਲ ਹੈ। ਤੁਹਾਡੀ ਬਾਣੀ ਕਦੋਂ ਲਿਖੀ ਗਈ, ਇਹ ਮਾਣ ਤੁਹਾਡੇ ਕੋਲ ਹੈ। ਕਹਿੰਦਾ ਇੱਕ ਗੱਲ ਮੇਰੀ ਹੋਰ ਧਿਆਨ ਰੱਖਿਓ ਜੇ, ਉਸ ਵੇਲੇ ਦੀ ਸਰਕਾਰੀ ਭਾਸ਼ਾ, ਸਰਕਾਰੀ ਬੋਲੀ ਫਾਰਸੀ ਸੀ। ਉਸ ਵੇਲੇ ਦੀ ਧਰਮ ਗ੍ਰੰਥਾਂ ਦੀ ਭਾਸ਼ਾ ਭਾਰਤ ਦੇ ਵਿੱਚ ਸੰਸਕ੍ਰਿਤ ਸੀ ਮੁੱਖ ਰੂਪ ਦੇ ਵਿੱਚ, ਲੇਕਿਨ ਗੁਰੂ ਨਾਨਕ ਸਾਹਿਬ ਨੇ ਨਾ ਸੰਸਕ੍ਰਿਤ ਅਪਣਾਈ ਨਾ ਫਾਰਸੀ ਅਪਣਾਈ, ਉਹਨਾਂ ਨੇ ਲੋਕ ਬੋਲੀ ਅਪਣਾਈ। ਖਾਸ ਤੌਰ ਤੇ ਪੰਜਾਬ ਵਾਲੇ ਜਿਸ ਬੋਲੀ ਨੂੰ ਸਮਝ ਸਕਦੇ ਨੇ, ਔਰ ਉਹਨੇ ਸ਼ਬਦ ਵਰਤਿਆ ਜਿਸ ਬੋਲੀ ਨੂੰ ਗਵਾਰਾਂ ਦੀ ਬੋਲੀ ਆਖਿਆ ਜਾਂਦਾ ਸੀ। ਵਾਹਿਗੁਰੂ, ਗਵਾਰਾਂ ਦੀ ਬੋਲੀ। ਹੁਣ ਇਸ ਦੇ ਅਰਥ ਤੁਸੀਂ ਆਪ ਕਰਿਓ ਜੇ। ਕਹਿੰਦੇ ਨੇ ਗੁਰੂ ਨਾਨਕ ਸਾਹਿਬ ਜੀ ਦੀ ਬਹੁਤ ਵੱਡੀ ਕੁਰਬਾਨੀ ਹੈ। ਸੰਸਕ੍ਰਿਤ ਵਾਲਿਆਂ ਨਾਲ ਵੀ ਆਂਢਾ ਲਾਇਆ, ਸਰਕਾਰਾਂ ਦੀ ਫਾਰਸੀ ਵਾਲਿਆਂ ਨਾਲ ਵੀ ਆਂਢਾ ਲਾਇਆ, ਲੇਕਿਨ ਇਹ ਸਾਰੀ ਬਾਣੀ ਰਚ ਕੇ ਤੁਹਾਡੀ ਝੋਲੀ ਵਿੱਚ ਪਾ ਦਿੱਤੀ। ਮੈਂ ਅੱਜ ਤੁਹਾਨੂੰ ਸਾਰਿਆਂ ਜੁੜਿਆਂ ਹੋਇਆਂ ਨੂੰ ਆਖਦਾ ਕਿ ਤੁਸੀਂ ਗੁਰੂ ਨਾਨਕ ਸਾਹਿਬ ਦੇ ਸਿੱਖ ਤਾਂ ਕਹਾਉਂਦੇ ਹੋ, ਕਿ ਤੁਹਾਨੂੰ ਸਾਰਿਆਂ ਨੂੰ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਪੜ੍ਹਨੀ ਆਉਂਦੀ ਹੈ? ਆਪਣੇ ਅੰਦਰ ਝਾਤੀ ਪਾਇਓ ਜੇ, ਆਪਣੇ ਪਰਿਵਾਰਾਂ ਵਿੱਚ ਝਾਤੀ ਪਾਇਓ ਜੇ, ਆਪਣੇ ਰਿਸ਼ਤੇਦਾਰਾਂ ਮਿੱਤਰਾਂ ਭਾਈਆਂ ਦੇ ਵਿੱਚ ਤੁਸੀਂ ਝਾਤੀ ਪਾਇਓ ਜੇ। ਸਾਰੇ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਪੜ੍ਹ ਲੈਂਦੇ ਨੇ, ਸਿੱਖਿਆ ਪੜ੍ਹ ਲੈਂਦੇ ਨੇ। ਉਹ ਜਿਹੜਾ ਸਿੱਖਿਆ ਪੜ੍ਹ ਹੀ ਨਹੀਂ ਸਕਦਾ, ਸੁਣ ਸੁਣਾ ਕੇ ਸਿੱਖ ਕਿੰਨਾ ਕੁ ਹੋਵੇਗਾ? ਉਹ ਉਸ ਦੀ ਸਿੱਖੀ ਤਾਂ ਅੱਜ ਵੀ ਗਈ, ਉਸ ਦੀ ਸਿੱਖੀ ਕੱਲ੍ਹ ਵੀ ਗਈ। ਮੈਂ ਅੱਜ ਜ਼ਰੂਰ ਫਿਰ ਚੇਤਾ ਕਰਵਾਉਣਾ ਚਾਹਾਂਗਾ, 484 ਵਰੇ ਹੋ ਗਏ ਨੇ ਸਤਿਗੁਰੂ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਨੂੰ ਇਸ ਜਗਤ ਤੋਂ ਕੂਚ ਕੀਤਿਆਂ ਹੋਇਆਂ। ਅਸੀਂ ਸਾਰੇ ਉਹਨਾਂ ਦੇ ਸਿੱਖ ਹਾਂ, ਸਾਨੂੰ ਸਾਰਿਆਂ ਨੂੰ ਧਿਆਨ ਕਰਨ ਦੀ ਲੋੜ ਹੈ। ਮੈਂ ਐਪਰੀਸ਼ੀਏਟ ਕਰਦਾ ਗੁਰਦੁਆਰਾ ਸਾਹਿਬ ਦੀ ਜਿਹੜੀ ਮੈਨੇਜਮੈਂਟ ਹੈ, ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੀ ਸਟੱਡੀ ਦਾ ਤੇ ਸਾਰਾ ਕੁਝ ਤੋਰਦੇ ਨੇ। ਕੱਲ੍ਹ ਅਖੀਰਲਾ ਸੈਸ਼ਨ ਸੀ, ਫਰਦਰ ਫਿਰ ਉਹਨਾਂ ਨੇ ਕਰਨਾ ਹੈ। ਤੁਸੀਂ ਸਾਰੇ ਜੁੜੋ, ਸਮਝੋ ਗੁਰੂ ਗ੍ਰੰਥ ਸਾਹਿਬ ਜੀ ਕੀ ਨੇ, ਔਰ ਸਾਰਿਆਂ ਦੇ ਵਿੱਚ ਫੈਲਾਓ, ਪ੍ਰਕਾਸ਼ ਕਰੋ, ਦੱਸੋ ਸਾਰਿਆਂ ਨੂੰ। ਸਤਿਗੁਰਾਂ ਨੇ ਆਖਿਆ, ਮਹਾਰਾਜ ਨੇ, ਚੇਤਾ ਰੱਖਣਾ, ਇਕਸ ਬਿਨ ਨਾਹੀ ਦੂਜਾ ਕੋਏ, ਇੱਕ ਕਰਤਾਰ ਤੋਂ ਬਿਨਾਂ ਹੋਰ ਕੋਈ ਨਹੀਂ ਹੈ। ਜਾਂ ਕੀ ਦ੍ਰਿਸ਼ਟੀ ਸਦਾ ਸੁਖ ਹੋਏ, ਕੇਵਲ ਕਰਤਾਰ ਦੀ ਦ੍ਰਿਸ਼ਟੀ ਨਾਲ ਸਦਾ ਸੁਖ ਹੁੰਦਾ ਹੈ। ਸਾਜਨ ਮੀਤ ਸਖਾ ਕਰ ਏਕ, ਤੁਹਾਡਾ ਸੱਜਣ ਮਿੱਤਰ ਸਖਾ ਕੇਵਲ ਇੱਕ ਹੀ ਹੋਣਾ ਚਾਹੀਦਾ ਹੈ। ਹਾਰੇ ਹਾਰੇ ਅੱਖਰ ਮਨ ਮਹਿ ਲੇਖ, ਔਰ ਉਸ ਦੀ ਯਾਦ ਹੀ ਤੁਹਾਡੇ ਮਨ ਵਿੱਚ, ਤੁਹਾਡੀ ਸਿਮਰਤੀ ਵਿੱਚ, ਤੁਹਾਡੇ ਵਿਚਾਰ ਮੰਡਲ ਵਿੱਚ ਲਿਖੀ ਹੋਈ ਹੋਵੇ, ਟਿਕੀ ਹੋਈ ਹੋਵੇ।
रब रहया सरबत स्वामी। और वही है जिहड़ा स्वामी रूप च होके सारियां विच रब रहा है, व्यापक है। और उसे दे ही गुण गावै नानक अंतरजामी। और असी भी उस अंतरजामी दे ही गुण गाउंदे हैं। इत्थे नानक दे कक्के नूं औंकड़ है, ध्यान नाल तुसीं अर्थ करियो जे ते प्यार नाल आखो। आपां समाप्ति करिए। मैं प्रबंध दा मानयोग सिंह साहब होरां दा सबना दा हार्दिक तौर ते धन्नवाद करदा। आप सारियां संगतां दा बहुत बहुत धन्नवाद। जप मन मेरे गोविंद की बाणी, जप मन मेरे गोविंद की बाणी, मन मेरे गोविंद की जप मन मेरे। ये पावन बाणी जो साडे सन्मुख है, जिहड़ी साडी झोली विच महाराज गुरु नानक साहब दसे पातशाहियां पा के गए, इस बाणी नाल जुड़िए असी सारे अते अपना जीवन सफल करिए। सारे समाज विच, भाईचारे विच, सारे संसार दे विच इस बाणी नूं फैलाइए तां कि हो जाण सबना दे ये लोक सुखीए, परलोक सुहेले। नानक हर प्रभ आपे मेले, भुल्लां दी खिमा बख्शियो जे। चढ़दी कला वालियां दा ते सबना दा धन्नवाद। वाहिगुरू जी का खालसा, वाहिगुरू जी की फतेह।